ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਜੀ ਦੇ ਨਾਲ ਭਾਈ ਗੁਰਦਾਸ ਜੀ ਦਾ ਜੋ ਕਵਿਤ ਸਾਂਝਾ ਕਰਨ ਜਾ ਰਿਹਾ ਹਾਂ। ਇਸ ਕਵਿਤ ਦੇ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਦੇ ਸਿੱਖ ਦੀ ਸੇਵਾ ਦੀ ਮਹਾਨਤਾ ਨੂੰ ਦਰਸਾਇਆ ਹੈ। ਗੁਰੂ ਦੇ ਸਿੱਖ ਦੀ ਸੇਵਾ ਦੀ ਮਹਾਨਤਾ ਨੂੰ ਦਰਸਾਉਣ ਲਈ, ਗੁਰੂ ਦੇ ਸਿੱਖ ਦੀ ਸੇਵਾ ਕਰਨ ਦੀ ਵਡਿਆਈ ਨੂੰ ਦੱਸਣ ਲਈ ਭਾਈ ਗੁਰਦਾਸ ਜੀ ਨੇ ਬੜੀਆਂ ਵੱਡੀਆਂ ਉਦਾਹਰਨਾਂ, ਬੜੀਆਂ ਚੰਗੀਆਂ ਉਦਾਹਰਨਾਂ ਬਖਸ਼ਿਸ਼ ਕੀਤੀਆਂ ਨੇ ਅਤੇ ਉਹ ਉਦਾਹਰਨਾਂ ਲਈਆਂ ਜਿਨ੍ਹਾਂ ਦੀ ਬੜੀ ਵੱਡੀ ਮਹਾਨਤਾ ਹੈ, ਜਿਨ੍ਹਾਂ ਦਾ ਫਲ ਬੜਾ ਵੱਡਾ ਹੈ ਤੇ ਗੁਰੂ ਦੇ ਸਿੱਖ ਦੀ ਸੇਵਾ ਦੀ ਮਹਾਨਤਾ ਉਹਨਾਂ ਮਹਾਨ ਅਸਥਾਨਾਂ ਦੀ ਮਹਾਨਤਾ ਤੋਂ ਵੀ ਉੱਤੇ ਹੈ। ਇਹ ਗੱਲ ਦੱਸਣ ਦੇ ਲਈ ਭਾਈ ਗੁਰਦਾਸ ਜੀ ਨੇ ਪਹਿਲਾ ਜ਼ਿਕਰ ਕੀਤਾ ਹੈ ਗੰਗਾ ਦਾ, ਜੋ ਗੰਗਾ ਨਦੀ ਹੈ। ਭਾਈ ਕਾਹਨ ਸਿੰਘ ਨਾਭਾ ਉਹ ਆਪਣੇ ਮਹਾਨ ਕੋਸ਼ ਵਿੱਚ ਦੱਸਦੇ ਨੇ, ਉਹਨਾਂ ਲਿਖਿਆ ਹੈ ਗੰਗਾ ਨਦੀ ਪ੍ਰਤੀ ਕਿ ਇਸ ਗੰਗਾ ਨੂੰ ਕਈ ਹਿੰਦੂ ਵੀਰ ਸਨਾਤਨ ਮਤ ਵਾਲੇ ਸ਼ਾਂਤਨੂ ਦੀ ਪਤਨੀ ਵੀ ਮੰਨਦੇ ਨੇ। ਉਹਦੀ ਪਤਨੀ ਹੈ ਅਤੇ ਇਹਦੇ ਕੁੱਖ ਤੋਂ ਗੰਗੇਵ, ਜਿਹਨੂੰ ਪਿਤਾਮਾ ਵੀ ਕਹਿੰਦੇ ਨੇ, ਉਹ ਪੈਦਾ ਹੋਇਆ। ਵਾਲਮੀਕੀ ਰਾਮਾਇਣ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਜੋ ਗੰਗਾ ਅਤੇ ਉਮਾ ਹੈ, ਇਹ ਮੇਨਕਾ ਦੀ ਕੁੱਖ ਤੋਂ ਪੈਦਾ ਹੋਈਆਂ ਦੋ ਧੀਆਂ ਨੇ, ਜੋ ਸੁਮੇਰ ਪਰਬਤ ਦੇ ਘਰ ਪੈਦਾ ਹੋਈਆਂ। ਅਤੇ ਗੰਗਾ ਪ੍ਰਤੀ ਸ਼ਿਵ ਦੇ ਨਾਲ, ਬ੍ਰਹਮਾ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਗਥਾਵਾਂ ਨੇ। ਇਸ ਨਦੀ ਦੇ ਉੱਪਰ ਹਿੰਦੂ ਵੀਰਾਂ ਦਾ ਬੜਾ ਭਰੋਸਾ, ਬੜਾ ਵਿਸ਼ਵਾਸ ਹੈ। ਇੱਥੋਂ ਤੱਕ ਮੰਨਣਾ ਹੈ ਕਿ ਗੰਗਾ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਮਨੁੱਖ ਦੇ ਪਾਪ ਲਹਿ ਜਾਂਦੇ ਨੇ, ਮਨੁੱਖ ਪਵਿੱਤਰ ਹੋ ਜਾਂਦਾ ਹੈ, ਪਾਵਨ ਹੋ ਜਾਂਦਾ ਹੈ। ਇਸ ਗੰਗਾ ਨਦੀ ਦੀ ਬੜੀ ਵੱਡੀ ਮਹੱਤਤਾ ਸਨਾਤਨ ਮਤ ਵਿੱਚ ਹੈ, ਇਹਦੀ ਬੜੀ ਵੱਡੀ ਵਡਿਆਈ ਹੈ ਸਨਾਤਨ ਮਤ ਵਿੱਚ। ਪਰ ਇਸ ਗੱਲ ਦੀ ਵਡਿਆਈ ਕਰਦੇ ਹੋਏ ਭਾਈ ਗੁਰਦਾਸ ਜੀ ਕਹਿੰਦੇ, ਇਸ ਤੋਂ ਉੱਪਰ ਉੱਚੀ ਵਡਿਆਈ ਗੁਰੂ ਦੇ ਸਿੱਖ ਦੀ ਸੇਵਾ ਦੀ ਹੈ। ਫਿਰ ਅਗਾਂਹ ਜਾ ਕੇ ਭਾਈ ਗੁਰਦਾਸ ਜੀ ਪ੍ਰਯਾਗ ਤੀਰਥ ਦਾ ਜ਼ਿਕਰ ਕਰਦੇ ਨੇ। ਸਨਾਤਨ ਮਤ ਵਿੱਚ ਜੋ ਪ੍ਰਯਾਗ ਤੀਰਥ ਹੈ, ਉਸ ਦੀ ਵੀ ਬਹੁਤ ਵੱਡੀ ਮਹਾਨਤਾ ਹੈ। ਵੇਦਾਂ ਪੁਰਾਣਾਂ ਦੇ ਵਿੱਚ ਇਸ ਜਗ੍ਹਾ ਦਾ, ਇਸ ਅਸਥਾਨ ਦਾ ਜ਼ਿਕਰ ਮਿਲਦਾ ਹੈ। ਭਾਈ ਕਾਹਨ ਸਿੰਘ ਜੀ ਨਾਭਾ ਸਾਨੂੰ ਦੱਸਦੇ ਨੇ ਕਿ ਲੋਕਾਂ ਦਾ ਮੰਨਣਾ ਹੈ, ਜਿਹੜਾ ਇਨਸਾਨ ਪ੍ਰਯਾਗ ਤੀਰਥ ਤੇ ਇਸ਼ਨਾਨ ਕਰਦਾ ਹੈ, ਉਸ ਮਨੁੱਖ ਦੇ ਪਾਪ ਦੂਰ ਹੋ ਜਾਂਦੇ ਨੇ। ਇਸ ਜਗ੍ਹਾ ਤੇ ਸਾਲ ਬਾਅਦ ਕੁੰਭ ਦਾ ਮੇਲਾ ਲੱਗਦਾ ਹੈ। ਪ੍ਰਯਾਗ ਤੀਰਥ ਦੀ ਏਡੀ ਵੱਡੀ ਮਹਾਨਤਾ ਮੰਨੀ ਜਾਂਦੀ ਹੈ। ਲੋਕੀ ਸੋਚਦੇ ਨੇ ਕਿ ਜੇਕਰ ਪ੍ਰਯਾਗ ਤੀਰਥ ਤੇ ਇਸ਼ਨਾਨ ਕਰ ਲਿਆ ਜਾਵੇ, ਪਾਪ ਤਾਂ ਦੂਰ ਹੋਣੇ ਹੀ ਹੋਣੇ ਨੇ, ਮਾੜੇ ਕਰਮ ਤਾਂ ਦੂਰ ਹੋਣੇ ਹੀ ਹੋਣੇ ਨੇ, ਬੰਦਾ ਸਵਰਗ ਦਾ ਵਾਸੀ ਹੋ ਜਾਂਦਾ, ਬੰਦੇ ਨੂੰ ਸਵਰਗ ਦੀ ਪ੍ਰਾਪਤੀ ਹੋ ਜਾਂਦੀ ਹੈ। ਪ੍ਰਯਾਗ ਤੀਰਥ ਦੀ ਏਡੀ ਵੱਡੀ ਮਹਾਨਤਾ, ਗੰਗਾ ਤੀਰਥ ਦੀ ਏਡੀ ਵੱਡੀ ਮਹਾਨਤਾ। ਭਾਈ ਗੁਰਦਾਸ ਜੀ ਕਹਿੰਦੇ, ਹੈ ਇਨਸਾਨ, ਏਡੀ ਵੱਡੀ ਮਹਾਨਤਾ ਵਾਲੇ ਦੋ ਤੀਰਥ ਅਸਥਾਨ, ਜੇਕਰ ਬੰਦਾ ਇਹਨਾਂ ਤੀਰਥ ਅਸਥਾਨਾਂ ਤੇ ਜਾ ਕੇ 5 ਵਾਰ ਇਸ਼ਨਾਨ ਕਰ ਲਵੇ ਅਤੇ ਨਾਲ ਕਹਿ ਦਿੱਤਾ, ਜਿੰਨਾ ਪੁੰਨ ਫਲ ਉਹਨੂੰ 5 ਵਾਰ ਇਸ਼ਨਾਨ ਕਰਨ ਤੇ ਮਿਲੇਗਾ। ਭਾਈ ਗੁਰਦਾਸ ਜੀ ਕਹਿੰਦੇ, ਗੁਰੂ ਦੇ ਸਿੱਖ ਦਾ ਇੱਕ ਵਾਰ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਇਸ਼ਨਾਨ ਕਰਵਾ ਦਿਓ, ਇੰਨਾ ਫਲ ਮਿਲ ਜਾਵੇਗਾ। ਏਡੀ ਵੱਡੀ ਮਹਾਨਤਾ ਹੈ ਗੁਰੂ ਦੇ ਸਿੱਖ ਦੀ ਸੇਵਾ ਦੀ। 5 ਵਾਰ ਤੀਰਥਾਂ ਤੇ ਇਸ਼ਨਾਨ ਕਰੋ, ਗੰਗਾ ਤੇ ਜਾਓ, ਪ੍ਰਯਾਗ ਤੇ ਨਹਾਓ ਜਾਓ,
ਉੱਥੇ ਜਾ ਕੇ ਇਸ਼ਨਾਨ ਕਰੋ, ਪੁੰਨ ਦਾਨ ਕਰੋ। ਪਰ ਦੂਜੇ ਪਾਸੇ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੇ ਸਿੱਖ ਦੀ ਸ਼ਰਧਾ ਤੇ ਭਾਵਨਾ ਨਾਲ ਸੇਵਾ ਕਰੋ। ਮਨ ਵਿੱਚ ਵਿਸ਼ਵਾਸ ਹੋਵੇ ਇਹ ਮੇਰੇ ਗੁਰੂ ਦਾ ਸਿੱਖ ਹੈ, ਮੇਰੇ ਗੁਰੂ ਦੇ ਖੰਡੇ ਬਾਟੇ ਦੀ ਬਖਸ਼ਿਸ਼ ਕੀਤੀ ਹੋਈ ਪਹੁਲ ਇਸ ਨੇ ਛਕੀ ਹੈ। ਜੇਕਰ ਗੁਰੂ ਦਾ ਸਿੱਖ ਜਾਣ ਕੇ, ਵਿਅਕਤੀਗਤ ਤੌਰ ਤੇ ਨਹੀਂ ਕਿ ਫਲਾਨਾ ਜਾਂ ਹੈ ਜਾਂ ਇਹ ਹੈ ਜਾਂ ਉਹ ਹੈ, ਨਹੀਂ, ਭਾਈ ਗੁਰਦਾਸ ਜੀ ਕਹਿੰਦੇ ਸ਼ਰਧਾ ਭਾਵਨਾ ਦੇ ਨਾਲ ਜਾਣੋ ਵੀ ਇਹ ਗੁਰੂ ਦਾ ਸਿੱਖ ਹੈ। ਜੇਕਰ ਇਸ ਤਰ੍ਹਾਂ ਸੇਵਾ ਕੀਤੀ ਜਾਵੇ, ਭਾਈ ਗੁਰਦਾਸ ਜੀ ਕਹਿੰਦੇ ਜਿੰਨਾ ਪੁੰਨ ਫਲ ਗੰਗਾ ਤੇ 5 ਵਾਰੀ ਜਾ ਕੇ ਇਸ਼ਨਾਨ ਕਰਨ ਦਾ, ਪ੍ਰਯਾਗ ਤੀਰਥ ਤੇ ਜਾ ਕੇ ਇਸ਼ਨਾਨ ਕਰਨ ਦਾ, ਪੁੰਨ ਦਾਨ ਦੇਣ ਦਾ, 5 ਵਾਰ ਜਾਣ ਦਾ ਹੈ ਨਾ, ਉਹਨਾਂ ਪੁੰਨ ਫਲ ਗੁਰੂ ਦੇ ਸਿੱਖ ਨੂੰ ਇੱਕ ਵਾਰ ਇਸ਼ਨਾਨ ਕਰਵਾਉਣ ਦਾ ਹੈ। ਕੁਰੂਕਸ਼ੇਤਰ ਦੀ ਜੋ ਧਰਤੀ ਹੈ, ਇੱਕ ਕੁਰੂ ਰਾਜਾ ਦੁਆਰਾ ਇਸ ਜਗ੍ਹਾ ਦਾ, ਇਸ ਅਸਥਾਨ ਦਾ ਸਥਾਪਨ ਕੀਤਾ ਗਿਆ ਅਤੇ ਇਸ ਧਰਤੀ ਤੇ, ਕੁਰੂਕਸ਼ੇਤਰ ਦੀ ਧਰਤੀ ਤੇ ਇੱਕ ਬਣੇ ਹੋਏ ਪਾਣੀ ਦੇ ਕੁੰਡ ਵਿੱਚ ਦੁਰਯੋਧਨ ਲੁਕ ਗਿਆ। ਹਿੰਦੂ ਵੀਰਾਂ ਦਾ ਮੰਨਣਾ ਹੈ, ਸਨਾਤਨ ਮਤ ਵਾਲੇ ਵੀਰਾਂ ਦਾ ਮੰਨਣਾ ਹੈ, ਜੋ ਇਨਸਾਨ ਇੱਥੇ ਆਉਂਦਾ ਹੈ, ਇਸ ਸਰੋਵਰ ਦੇ ਵਿੱਚ, ਇਸ ਕੁੰਡ ਦੇ ਵਿੱਚ, ਬ੍ਰਹਮਾ ਕੁੰਡ ਵੀ ਜਿਸ ਨੂੰ ਕਿਹਾ ਜਾਂਦਾ ਹੈ, ਉਸ ਨੂੰ ਕਹਿੰਦੇ ਅਸਵਮੇਧ ਜਗ ਫਲ ਜਿੰਨਾ ਲਾਭ ਮਿਲਦਾ ਹੈ। ਅਸਵਮੇਧ ਫਲ ਦੀ ਵੀ ਭਾਈ ਗੁਰਦਾਸ ਜੀ ਨੇ ਇਸ ਕਵਿਤ ਵਿੱਚ ਵਿਚਾਰ ਰੱਖੀ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿੰਨਾ ਪੁੰਨ ਫਲ ਬੰਦੇ ਨੂੰ ਕੁਰੂਕਸ਼ੇਤਰ ਦੀ ਧਰਤੀ ਤੇ ਜਾ ਕੇ ਉਸ ਪਾਣੀ ਵਿੱਚ ਇਸ਼ਨਾਨ ਕਰਕੇ ਅਸਵਮੇਧ ਜਗ ਫਲ ਜਿੰਨਾ ਪੁੰਨ ਮਿਲਦਾ ਹੈ, ਫਲ ਮਿਲਦਾ ਹੈ, ਉਹਨਾਂ ਪੁੰਨ ਫਲ ਗੁਰੂ ਦੇ ਸਿੱਖ ਨੂੰ ਸ਼ਰਧਾ ਭਾਵਨਾ ਦੇ ਨਾਲ ਪਾਣੀ ਪਿਆਉਣ ਦਾ ਮਿਲਦਾ ਹੈ। ਇੱਥੇ ਹੀ ਨਹੀਂ, ਜਦੋਂ ਭੋਜਨ ਛਕਾਉਣ ਦੀ ਗੱਲ ਚੱਲੀ ਤਾਂ ਭਾਈ ਗੁਰਦਾਸ ਜੀ ਇਸ ਕਵਿਤ ਵਿੱਚ ਕਹਿੰਦੇ ਨੇ ਕਿ ਪੁਰਾਤਨ ਸਮੇਂ ਵਿੱਚ ਰਾਜੇ ਮਹਾਰਾਜੇ ਅਸਵਮੇਧ ਜਗ ਕਰਿਆ ਕਰਦੇ ਸਨ। ਅਸਵਮੇਧ ਜਗ ਕਰਨ ਦੇ ਪਿੱਛੇ ਜੋ ਕਾਰਨ ਸੀ ਉਹ ਇਹ ਸੀ, ਜੇਕਰ ਬੰਦਾ 100 ਅਸਵਮੇਧ ਜਗ ਕਰ ਦਵੇ, ਜੇਕਰ ਕੋਈ ਰਾਜਾ 100 ਅਸਵਮੇਧ ਜਗ ਕਰ ਦਵੇ ਤਾਂ ਉਸ ਰਾਜੇ ਨੂੰ ਇੰਦਰ ਦੀ ਪਦਵੀ ਪ੍ਰਾਪਤ ਹੋ ਜਾਂਦੀ ਸੀ। ਅਸਵਮੇਧ ਜਗ ਕਰਨ ਤੋਂ ਜੋ ਪਹਿਲਾਂ ਦੀ ਪ੍ਰਕਿਰਿਆ ਹੈ, ਕੋਈ ਰਾਜਾ ਜੋ ਆਪਣੇ ਆਪ ਨੂੰ ਬੜਾ ਸ਼ਕਤੀਸ਼ਾਲੀ, ਬੜਾ ਤਾਕਤਵਰ ਸਮਝਦਾ ਸੀ, ਉਹ ਆਪਣੇ ਰਾਜ ਤੋਂ ਇੱਕ ਘੋੜਾ ਤੇ ਕੁਝ ਸੈਨਿਕ ਉਸ ਘੋੜੇ ਦੇ ਨਾਲ ਛੱਡ ਦਿੰਦਾ ਸੀ। ਉਹ ਘੋੜਾ ਵੱਖ-ਵੱਖ ਰਾਜਾਂ ਦੇ ਵਿੱਚੋਂ ਦੀ ਗੁਜ਼ਰਦਾ ਹੋਇਆ 1 ਸਾਲ ਦੇ ਵਿੱਚ ਸਾਰੇ ਰਾਜਾਂ ਦਾ ਭ੍ਰਮਣ ਕਰਦਾ ਹੋਇਆ ਵਾਪਸ ਆਪਣੇ ਰਾਜ ਵਿੱਚ ਆਉਂਦਾ ਸੀ। ਜੋ ਰਾਜੇ ਇਸ ਘੋੜੇ ਨੂੰ ਫੜ ਕੇ, ਇਹ ਇੱਕ ਜੰਗ ਕਰਨ ਦਾ ਚੈਲੰਜ ਹੁੰਦਾ ਸੀ। ਜਿਸ ਰਾਜ ਵਿੱਚ ਇਹ ਘੋੜਾ ਜਾਂਦਾ ਸੀ, ਉਸ ਰਾਜੇ ਨੂੰ ਘੋੜੇ ਛੱਡਣ ਵਾਲੇ ਰਾਜ ਦੀ ਜਾਂ ਤਾਂ ਈਨ ਮੰਨਣੀ ਪੈਂਦੀ ਸੀ ਜਾਂ ਉਸ ਛੱਡੇ ਹੋਏ ਘੋੜੇ ਵਾਲੇ ਰਾਜੇ ਨਾਲ ਜੰਗ ਲੜਨਾ ਪੈਂਦਾ ਸੀ। ਇਸ ਤਰ੍ਹਾਂ ਜੇਕਰ ਸਾਲ ਦੇ ਵਿੱਚ ਘੋੜਾ ਵਾਪਸ ਆਪਣੇ ਰਾਜ ਵਿੱਚ ਆ ਜਾਂਦਾ ਸੀ ਤਾਂ ਉਸ ਤੋਂ ਬਾਅਦ ਉਹ ਰਾਜਾ ਆਪਣੀ ਮਾਣ ਵਡਿਆਈ ਨੂੰ ਵਧਾਉਣ ਦੇ ਵਾਸਤੇ ਕਿ ਮੇਰੇ ਮੁਕਾਬਲੇ ਦਾ ਦੁਨੀਆ ਤੇ ਰਾਜਾ ਕੋਈ ਨਹੀਂ, ਉਹ ਰਾਜਾ ਅਸਵਮੇਧ ਜਗ ਕਰਿਆ ਕਰਦਾ ਸੀ। ਇਸ ਤਰੀਕੇ ਦੇ ਨਾਲ ਜੇਕਰ ਕੋਈ ਰਾਜਾ 100 ਜਗ ਕਰ ਦਿੰਦਾ ਸੀ, 100 ਵਾਰ ਘੋੜਾ ਛੱਡ ਦਿੰਦਾ ਸੀ, ਘੋੜਾ ਆਪਣੇ ਰਾਜ ਵਿੱਚ ਆ ਜਾਂਦਾ ਸੀ ਤੇ ਦੱਸਦਾ ਸੀ, ਲੋਕਾਂ ਨੂੰ 100 ਵਾਰ ਭੋਜਨ ਛਕਾਉਂਦਾ ਸੀ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੇ ਸਿੱਖ ਦੀ ਏਡੀ ਵੱਡੀ ਮਹਾਨਤਾ ਹੈ, ਜੇ ਇੱਕ ਪਾਸੇ ਤੁਸੀਂ 100 ਅਸਵਮੇਧ ਜਗ ਕਰ ਲਓ,
ਦੂਜੇ ਪਾਸੇ ਗੁਰੂ ਦੇ ਸਿੱਖ ਨੂੰ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਇਹ ਜਾਣ ਕੇ ਕਿ ਇਹ ਗੁਰੂ ਦਾ ਸਿੱਖ ਹੈ, ਭੋਜਨ ਖਵਾ ਦਿਓ। ਭਾਈ ਗੁਰਦਾਸ ਜੀ ਕਹਿੰਦੇ ਇੰਨਾ ਫਲ ਮਿਲੇਗਾ ਜਿੰਨਾ 100 ਜਗ। ਭਾਈ ਗੁਰਦਾਸ ਜੀ ਕਹਿੰਦੇ ਇੰਨਾ ਫਲ ਮਿਲੇਗਾ ਜਿੰਨਾ 100 ਅਸ਼ਵਮੇਧ ਜਗ ਕਰਕੇ ਪੁੰਨਾਂ ਦਾ ਫਲ ਮਿਲਦਾ ਹੈ। ਗੁਰੂ ਦੇ ਸਿੱਖ ਨੂੰ ਇੱਕ ਵਾਰ ਸ਼ਰਧਾ ਭਾਵਨਾ ਦੇ ਨਾਲ ਗੁਰੂ ਦਾ ਸਿੱਖ ਸਮਝ ਕੇ ਉਸ ਦੀ ਸੇਵਾ ਕਰ ਦਿੱਤੀ ਜਾਵੇ। ਬੰਦਾ ਆਪਣੀ ਜ਼ਿੰਦਗੀ ਵਿੱਚ ਬੜਾ ਕੁਝ ਪੁੰਨ ਦਾਨ ਕਰਦਾ ਹੈ। ਇੱਥੋਂ ਤੱਕ ਆਪਾਂ ਦੇਖਦੇ ਹਾਂ ਸੋਨਾ ਦਾਨ ਕੀਤਾ ਜਾਂਦਾ ਹੈ, ਬੜਾ ਕੁਝ ਹੀਰੇ ਮੋਤੀ ਜਵਾਹਰਤ ਦਾਨ ਕੀਤੇ ਜਾਂਦੇ ਨੇ, ਮਾਇਆ ਦਾਨ ਕੀਤੀ ਜਾਂਦੀ ਹੈ, ਬੜਾ ਕੁਝ ਦਾਨ ਕੀਤਾ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਜੇਕਰ ਕੋਈ ਬੰਦਾ 100 ਮੰਦਰ ਸੋਨੇ ਦੇ ਬਣਾ ਕੇ ਉਹ ਦਾਨ ਕਰ ਦਵੇ ਤੇ ਉਹਦੇ ਬਦਲੇ ਜੋ ਉਹਨੂੰ ਪੁੰਨ ਫਲ ਮਿਲਦਾ ਹੈ, ਉਸ ਬਦਲੇ ਜੋ ਪੁੰਨ ਫਲ ਮਿਲਣ ਦੀ ਮਹਾਨਤਾ ਹੈ, ਗੁਰੂ ਦੇ ਸਿੱਖ ਨੂੰ ਇੱਕ ਸ਼ਬਦ ਸਿਖਾ ਦਿਓ, ਇੰਨਾ ਪੁੰਨ ਫਲ ਮਿਲੇਗਾ। ਮੰਨ ਲਓ ਤੁਸੀਂ 100 ਸੋਨੇ ਦੇ ਮੰਦਰ ਬਣਾ ਕੇ ਦਾਨ ਕਰ ਦਿੱਤੇ। ਅੱਗੇ ਜ਼ਿਕਰ ਕਰਦੇ ਹੋਏ ਭਾਈ ਗੁਰਦਾਸ ਜੀ ਗੁਰੂ ਦੇ ਸਿੱਖ ਦੀ ਵਡਿਆਈ ਦੀ ਮਹਾਨਤਾ ਨੂੰ ਦੱਸਦੇ ਹੋਏ ਜ਼ਿਕਰ ਕਰਦੇ ਨੇ ਕਿ ਜਿਵੇਂ ਕੋਈ ਬੜਾ ਪਹੁੰਚਿਆ ਹੋਇਆ ਬ੍ਰਹਮ ਗਿਆਨੀ ਹੋਵੇ, ਜੋ ਇਨਸਾਨ ਪਰਮਾਤਮਾ ਦੇ ਨਾਲ ਇੱਕਮਿਕ ਹੋਵੇ, ਤੇ ਉਸ ਪਹੁੰਚੇ ਹੋਏ ਮਨੁੱਖ ਦੇ, ਉਸ ਬ੍ਰਹਮ ਗਿਆਨੀ ਦੇ ਤੁਸੀਂ 20 ਵਾਰ ਦਰਸ਼ਨ ਕਰ ਲਓ। ਜਿੰਨਾ ਪੁੰਨ ਫਲ ਉਸ ਮਹਾਨ ਇਨਸਾਨ, ਉਸ ਮਹਾਨ ਬ੍ਰਹਮ ਗਿਆਨੀ, ਉਸ ਮਹਾਨ ਪੁਰਖ ਦਾ 20 ਵਾਰ ਦਰਸ਼ਨ ਕਰਨ ਦਾ ਫਲ ਮਿਲੇਗਾ। ਭਾਈ ਗੁਰਦਾਸ ਜੀ ਕਹਿੰਦੇ ਉਨਾ ਪੁੰਨ ਫਲ ਗੁਰੂ ਦੇ ਸਿੱਖ ਦੀ ਸ਼ਰਧਾ ਭਾਵਨਾ ਦੇ ਨਾਲ ਮੁੱਠੀ ਚਾਪੀ ਕੀਤੀ ਜਾਵੇ, ਭਾਵ ਕਿਸੇ ਪਹੁੰਚੇ ਹੋਏ ਮਹਾਪੁਰਖ ਬ੍ਰਹਮ ਗਿਆਨੀ ਪਰਮਾਤਮਾ ਦੇ ਨਾਲ ਇੱਕ ਮਿਕਤਾ ਹਾਸਲ ਕੀਤੇ ਹੋਏ ਸੰਤ ਦੇ 20 ਵਾਰ ਦਰਸ਼ਨ ਕੀਤੇ ਜਾਣ। ਜਿੰਨਾ ਫਲ ਉਸ ਮਹਾਨ ਬ੍ਰਹਮ ਗਿਆਨੀ ਸੰਤ ਮਹਾਪੁਰਖ ਉਹਨਾਂ ਦਾ 20 ਵਾਰ ਦਰਸ਼ਨ ਕਰਨ ਤੇ ਜਿੰਨਾ ਪੁੰਨ ਫਲ ਮਿਲਦਾ ਹੈ ਨਾ, ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਪੁੰਨ ਫਲ ਗੁਰੂ ਦੇ ਸਿੱਖ ਦੀ ਮੁੱਠੀ ਚਾਪੀ ਕਰਕੇ ਉਹਨੂੰ ਸਰੀਰਕ ਤੌਰ ਤੇ ਆਰਾਮ ਦੇ ਕੇ ਇੰਨਾ ਪੁੰਨ ਫਲ ਮਿਲਦਾ ਹੈ। ਭਾਈ ਗੁਰਦਾਸ ਜੀ ਦਾ ਮੈਂ ਆਪ ਜੀ ਦੇ ਨਾਲ ਕਵਿਤ ਸਾਂਝਾ ਕਰਾਂ। 5 ਬਾਰ ਗੰਗ ਜਾਏ, ਬਾਰ 5 ਪ੍ਰਯਾਗ ਨਹਾਏ, ਤੈਸਾ ਪੁੰਨ। ਇੱਥੇ ਆ ਜ਼ਿਕਰ ਕੀਤਾ 5 ਵਾਰ ਗੰਗਾ, 5 ਵਾਰ ਪ੍ਰਯਾਗ ਤੇ ਜਾਵੇ, 5 ਬਾਰ ਗੰਗ ਜਾਏ, ਬਾਰ 5 ਪ੍ਰਯਾਗ ਨਹਾਏ, ਤੈਸਾ ਪੁੰਨ ਇੱਕ ਗੁਰ ਸਿੱਖ ਕੋ ਨਿਭਾਏਗਾ। ਗੁਰੂ ਦੇ ਸਿੱਖ ਦੀ ਏਡੀ ਵੱਡੀ ਮਹਾਨਤਾ ਹੋਵੇ ਵੀ ਕਿਉਂ ਨਾ, ਜਿਸ ਮਹਾਨ ਗੁਰੂ ਦੇ ਨਾਲ ਅਸੀਂ ਜੁੜਦੇ ਹਾਂ, ਜੋ ਗੁਰੂ ਹੀ ਇੰਨਾ ਮਹਾਨ ਹੈ, ਉਹਦੇ ਨਾਲ ਜੁੜਨ ਵਾਲੇ ਸਿੱਖ ਦੀ ਵੀ ਮਹਾਨਤਾ ਏਡੀ ਵੱਡੀ ਹੋ ਜਾਂਦੀ ਹੈ। 5 ਬਾਰ ਗੰਗ ਜਾਏ, ਬਾਰ 5 ਪ੍ਰਯਾਗ ਨਹਾਏ, ਤੈਸਾ ਪੁੰਨ ਇੱਕ ਗੁਰ ਸਿੱਖ ਕੋ ਨਿਭਾਏਗਾ। ਸਿੱਖ ਕੋ ਪਿਲਾਏ ਪਾਣੀ, ਭਾਉ ਕਰ ਕੁਰਖੇਤ, ਅਸ਼ਵਮੇਧ ਜਗ ਫਲ, ਇੱਕ ਸਿੱਖ ਕੋ ਜਿਵਾਏਗਾ। ਜਿਵਾਏਗਾ ਦਾ ਅਰਥ ਹੈ ਭੋਜਨ ਛਕਾਉਣਾ, ਉਹਦੀ ਖਾਣਾ ਖਵਾਉਣ ਦੇ ਨਾਲ ਸੇਵਾ ਕਰਨਾ। ਅਸ਼ਵਮੇਧ ਜਗ ਫਲ, ਇੱਕ ਸਿੱਖ ਕੋ ਜਿਵਾਏਗਾ। ਫਿਰ ਭਾਈ ਗੁਰਦਾਸ ਜੀ ਅੱਗੇ ਕਹਿੰਦੇ ਸਿੱਖ ਦੀ ਮਹਾਨ ਸੇਵਾ ਦੀ ਮਹਾਨਤਾ, ਜੈਸੇ ਸ਼ਤ ਮੰਦਰ ਕੰਚਨ ਕੇ ਉਸਾਰ ਦੇਨੇ। 100 ਮੰਦਰ ਉਸਾਰ ਕੇ ਦਾਨ ਕੀਤੇ ਜਾਣ, ਜਿੰਨਾ ਪੁੰਨ ਫਲ ਉਹਨਾਂ ਦਾ ਮਿਲਦਾ ਹੈ, ਉਹਨਾਂ ਗੁਰੂ ਦੇ ਸਿੱਖ ਨੂੰ ਸ਼ਬਦ ਸਿਖਾਉਣ ਦਾ ਮਿਲਦਾ ਹੈ। ਜੈਸੇ ਸ਼ਤ ਮੰਦਰ ਕੰਚਨ ਕੇ ਉਸਾਰ ਦੇਨੇ, ਕੰਚਨ ਕਹਿੰਦੇ ਸੋਨੇ ਨੂੰ। ਜੈਸੇ ਸ਼ਤ ਮੰਦਰ
ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕਉ ਇੱਕ ਸ਼ਬਦ ਸਿਖਾਏਗਾ। ਇੱਕ ਸ਼ਬਦ ਸਿਖਾਉਣ ਦੀ ਏਡੀ ਵੱਡੀ ਮਹਾਨਤਾ ਹੈ ਗੁਰੂ ਦੇ ਸਿੱਖ ਨੂੰ, ਕਿਉਂਕਿ ਉਹ ਗੁਰੂ ਦਾ ਸਿੱਖ ਹੈ। ਅਖੀਰਲੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਦੱਸਦੇ ਨੇ, ਜੈਸੇ 20 ਬਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਪੁੰਨ ਸਿੱਖ ਕਉ ਚਾਪ ਪਗ ਕਰ ਸੁਆਏਗਾ। ਭਾਈ ਗੁਰਦਾਸ ਜੀ ਕਹਿੰਦੇ, ਜਿਵੇਂ ਕਿਸੇ ਗੁਰੂ ਦੇ ਸਿੱਖ ਨੂੰ, ਭਾਈ ਗੁਰਦਾਸ ਜੀ ਦੱਸਦੇ ਨੇ, ਸਾਧ ਦਾ ਅਰਥ ਹੈ ਜਿਸ ਨੇ ਮਨ ਨੂੰ ਸਾਧਿਆ ਹੋਵੇ, ਪਰਮਾਤਮਾ ਵਿੱਚ ਇੱਕ ਮਿੱਕ ਹੋਵੇ, ਲੀਨ ਹੋਵੇ। ਮਹਾਂਪੁਰਖ ਕਹਿ ਸਕਦੇ ਹਾਂ, ਸੰਤ ਕਹਿ ਸਕਦੇ ਹਾਂ, ਗਿਆਨੀ ਕਹਿ ਸਕਦੇ ਹਾਂ। ਐਸੇ ਪੁਰਖ ਦਾ 20 ਵਾਰ ਦਰਸ਼ਨ ਕਰਕੇ ਜਿੰਨਾ ਪੁੰਨ ਫਲ ਮਿਲਦਾ ਹੈ, ਭਾਈ ਗੁਰਦਾਸ ਜੀ ਕਹਿੰਦੇ, ਗੁਰੂ ਦੇ ਸਿੱਖ ਦੀ ਤੈਸਾ ਪੁੰਨ ਸਿੱਖ ਕਉ ਚਾਪ ਪੱਗ ਕਰ ਸੁਆਏਗਾ। ਉਹਦੀ ਮੁੱਠੀ ਚਾਪੀ ਕਰਨੀ, ਉਹਦੇ ਸਰੀਰ ਨੂੰ ਘੁੱਟਣਾ, ਉਹਦੇ ਸਰੀਰ ਨੂੰ ਦਬਾਉਣਾ। ਭਾਈ ਗੁਰਦਾਸ ਜੀ ਕਹਿੰਦੇ, ਇੰਨਾ ਪੁੰਨ ਫਲ ਮਿਲਦਾ ਹੈ। ਗੁਰੂ ਦੀ ਸਿੱਖ ਦੀ ਜੇ ਸੇਵਾ ਕਰੀਏ, ਜੇਕਰ ਸਮਝ ਕੇ 5 ਵਾਰ ਗੰਗਾ ਜਾ ਆਏ, 5 ਵਾਰ ਪ੍ਰਯਾਗ ਤੀਰਥ ਤੇ ਜਾ ਆਏ, ਜੇਕਰ ਕੁਰੂਕਸ਼ੇਤਰ ਦੀ ਧਰਤੀ ਜੇ ਤੇ ਜਾ ਕੇ ਸਰੋਵਰ ਤੇ ਇਸ਼ਨਾਨ ਕਰਕੇ ਅਸਵਮੇਧ ਦਾ ਜਗ ਫਲ ਜਿੰਨਾ ਪੁੰਨ ਮਿਲ ਗਿਆ, 100 ਮੰਦਰ ਦਾਨ ਕਰਕੇ ਜਿੰਨਾ ਪੁੰਨ ਫਲ ਮਿਲ ਗਿਆ, ਜਿੰਨਾ ਚੰਗੇ ਮਹਾਪੁਰਖ ਬ੍ਰਹਮ ਗਿਆਨੀ ਸੰਤ ਦੇ ਦਰਸ਼ਨ ਕਰਕੇ ਪੁੰਨ ਫਲ ਮਿਲ ਗਿਆ, ਉਹਨਾਂ ਪੁੰਨ ਫਲ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੇ ਸਿੱਖ ਦੀ ਸੇਵਾ ਕਰਕੇ ਸਾਨੂੰ ਮਿਲ ਜਾਣਾ ਹੈ। ਸ਼ਰਧਾ ਇਹ ਹੋਵੇ ਕਿ ਇਹ ਗੁਰੂ ਦਾ ਸਿੱਖ ਹੈ। ਸੋ ਅੱਜ ਦਾ ਇਹ ਜੋ ਪਾਵਨ ਕਵਿਤ ਹੈ, ਇਹ ਸਾਡੀ ਕੌਮ ਦੇ ਵਿੱਚ ਜੋ ਸਾਡੇ ਗੁਰਸਿੱਖ ਵੀਰ ਨੇ, ਅਸੀਂ ਧੜੇ ਬੰਦੀਆਂ ਵਿੱਚ ਵੰਡੇ ਗਏ, ਅਸੀਂ ਵੱਖ-ਵੱਖ ਟਕਸਾਲਾਂ, ਅਸੀਂ ਵੱਖ-ਵੱਖ ਸੰਪਰਦਾਵਾਂ, ਅਸੀਂ ਵੱਖ-ਵੱਖ ਸੰਸਥਾਵਾਂ ਵਿੱਚ ਵੰਡੇ ਗਏ। ਅਸੀਂ ਅੱਜ ਵੇਖਦੇ ਹਾਂ ਇਹ ਟਕਸਾਲੀ ਹੈ, ਇਹ ਫਲਾਨੀ ਸੰਸਥਾ ਦਾ ਹੈ, ਇਹ ਉਹ ਸੰਸਥਾ ਦਾ ਹੈ, ਪਰ ਅੱਜ ਅਸੀਂ ਹੀ ਕਿਸੇ ਨੂੰ ਬਹੁਤ ਘੱਟ ਗੁਰਸਿੱਖ ਦੇ ਰੂਪ ਵਿੱਚ ਦੇਖਦੇ। ਅੱਜ ਦੇ ਇਸ ਕਵਿਤ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਦੇ ਸਿੱਖ ਦੀ ਮਹਾਨਤਾ, ਗੁਰੂ ਦੇ ਸਿੱਖ ਦੀ ਸੇਵਾ ਦੀ ਮਹਾਨਤਾ ਨੂੰ ਦਰਸਾਇਆ ਹੈ। ਗੁਰੂ ਸਾਹਿਬ ਜੀ ਸਾਡੇ ਸਾਰਿਆਂ ਤੇ ਹੀ ਸੰਪਰਦਾਵਾਂ, ਟਕਸਾਲਾਂ ਤੇ ਸੰਸਥਾਵਾਂ ਤੇ ਸਾਰਿਆਂ ਤੇ ਕਿਰਪਾ ਕਰਨ। ਅਸੀਂ ਭਾਈ ਗੁਰਦਾਸ ਜੀ ਦੇ ਇਸ ਪਾਵਨ ਕਵਿਤ ਤੋਂ ਸੇਧ ਲੈ ਕੇ ਗੁਰੂ ਦੇ ਸਿੱਖ ਦੀ ਮਹਾਨਤਾ, ਗੁਰੂ ਦੇ ਸਿੱਖ ਦੀ ਸੇਵਾ ਦੀ ਮਹਾਨਤਾ ਨੂੰ ਸਮਝ ਗਏ। ਜੋ ਇਸ ਕਵਿਤ ਰਾਹੀਂ ਸਾਨੂੰ ਸੰਦੇਸ਼ ਦੇ ਰਹੇ ਨੇ ਉਹ ਪੂਰਾ ਹੋਵੇ। ਜੇਕਰ ਪਾਵਨ ਕਵਿਤ, ਪਾਵਨ ਵਿਚਾਰ ਚੰਗੀ ਲੱਗੇ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ, ਲਾਈਕ ਅਤੇ ਕਮੈਂਟ ਕਰਿਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।